हाँ जी, सत श्री अकाल साਰਿਆਂ ਨੂੰ। ਕੀ ਹਾਲ ਚਾਲ ਹੈ ਤੁਹਾਡਾ? ਸਾਰੇ ਠੀਕ ਠਾਕ ਹੋ? ਉਮੀਦ ਹੈ ਕਿ ਸਾਰੇ ਰਾਜੀ ਬਾਜੀ ਹੋਣਗੇ। ਹਾਂਜੀ, ਅੱਜ ਦਾ ਆਪਾਂ ਸ਼ੁਰੂ ਕਰਨ ਲੱਗੇ ਹਾਂ ਲੈਕਚਰ ਨੈਕਸਟ ਚੈਪਟਰ ਤੋਂ ਸ਼ੁਰੂ ਕਰਦੇ ਹਾਂ। ਨੈਕਸਟ ਚੈਪਟਰ ਆਪਣਾ ਜਿਹੜਾ ਅੱਜ ਸ਼ੁਰੂ ਕਰਦੇ ਦਾ ਨਾਂ ਹੈਗਾ ਕੈਮੀਕਲ ਕਨੈਟਿਕਸ। ਠੀਕ ਹੈ ਜੀ, ਕੈਮੀਕਲ ਕਨੈਟਿਕਸ। ਕੈਮੀਕਲ ਕਨੈਟਿਕਸ ਦੇ ਵਿੱਚ ਹੁਣ ਦੇਖੋ ਆਪਾਂ ਕੀ ਕਰਨਾ। ਇਹਦੇ 'ਚ ਸਭ ਤੋਂ ਪਹਿਲੀ ਗੱਲ ਦੇਖੋ, ਇਲੈਕਟ੍ਰੋ ਕੈਮਿਸਟਰੀ ਇਸ ਤੋਂ ਪਹਿਲਾਂ ਜਿਹੜਾ ਚੈਪਟਰ ਕੀਤਾ ਉਹਦੇ 'ਚ ਆਪਾਂ ਕਰੰਟ ਪਾਸ ਕੀਤਾ, ਸੋਲੂਸ਼ਨ ਦੇ ਨਾਲ ਕਨੈਕਟ ਕੀਤਾ ਸੀਗਾ। ਉਹਦੇ 'ਚੋਂ ਕਰੰਟ ਪਾਸ ਕਰਕੇ ਕੀ ਹੋਇਆ, ਕਿਵੇਂ ਹੋਇਆ, ਕਿੰਨਾ ਫੈਕਟਰ 'ਤੇ ਡਿਪੈਂਡ ਕਰਦਾ, ਜਿਹੜੇ ਪ੍ਰੋਡਕਟ ਬਣੇ ਆ, ਇਲੈਕਟ੍ਰੋਲਿਸਿਸ ਹੋਈ ਸੀ, ਉਹਦੀ ਡਿਟੇਲ ਸਟੱਡੀ ਕੀਤੀ। ਹੁਣ ਇਸ ਚੈਪਟਰ ਦੇ ਵਿੱਚ ਕੈਮੀਕਲ ਕਨੈਟਿਕਸ ਦੇ ਵਿੱਚ ਨਾਮ ਤੋਂ ਹੀ ਪਤਾ ਚੱਲ ਗਿਆ ਕਿ ਕਾਈਨੈਟਿਕਸ ਮਤਲਬ ਸਪੀਡ, ਕੈਮੀਕਲਸ ਦੀ ਸਪੀਡ। ਕਹਿਣ ਦਾ ਭਾਵ ਇਹ ਚੈਪਟਰ ਦੇ ਵਿੱਚ ਆਪਾਂ ਜੋ ਇਲੈਕਟ੍ਰੋਕੈਮਿਸਟਰੀ 'ਚ ਪ੍ਰੋਡਕਟ ਬਣੇ ਸੀ ਉਹ ਕਿਸ ਸਪੀਡ 'ਤੇ ਡਿਪੈਂਡ ਕਰਦੇ ਨੇ, ਕਿਸ ਸਪੀਡ 'ਤੇ ਬਣੇ ਨੇ, ਕਿਹੜੇ ਫੈਕਟਰ 'ਤੇ ਡਿਪੈਂਡ ਕਰਦੇ ਨੇ, ਕਿਹੜਾ ਉਹ ਮੈਕੈਨਿਜ਼ਮ ਨੂੰ ਫੋਲੋ ਕਰਦੇ ਆ, ਕਿਉਂ ਕਰਦੇ ਆ, ਇਹਦੀ ਪੂਰੀ ਡਿਟੇਲ ਕਰਨੀ ਆ। ਤਾਂ ਉਹਦੇ ਨਾਲ ਹੀ ਇੰਟਰਲਿੰਕਡ ਹੈ। ਇਹਦੇ 'ਚ ਸਟਾਰਟਿੰਗ ਤੁਸੀਂ ਲਿਖੋਗੇ ਕੈਮੀਕਲ ਕਨੈਟਿਕਸ ਦੇ ਵਿੱਚ ਲਿਖੋ ਬ੍ਰਾਂਚ ਆਫ ਸਾਇੰਸ ਵਿਚ ਡੀਲ ਵਿਦ ਰੇਟ ਆਫ ਰਿਐਕਸ਼ਨ, ਮੇਨ ਮੈਕੈਨਿਜ਼ਮ ਆਫ ਰਿਐਕਸ਼ਨ ਐਂਡ ਮੇਨ ਫੈਕਟਰ ਅਪੋਨ ਵਿਚ ਰੇਟ ਕੋਮਾ ਮੈਕੈਨਿਜ਼ਮ ਦੋਨੋਂ ਚੀਜ਼ਾਂ ਮੇਨ ਡਿਪੈਂਡਸ ਕਰਦੀਆਂ ਨੇ, ਹੈ ਨਾ। ਉਹਨੂੰ ਕੈਮੀਕਲ ਕਨੈਟਿਕਸ ਕਹਿੰਦੇ ਆ। ਹਾਂਜੀ, ਇਹਦੇ ਵਿੱਚ ਕੈਮੀਕਲ ਕਨੈਟਿਕਸ ਦੇ ਵਿੱਚ ਸਟਾਰਟਿੰਗ ਤੋਂ ਆਪਾਂ ਲੈਂਦੇ ਹਾਂ। ਦੇਖੋ ਆਪਣੇ ਕੋਲੇ ਜਦੋਂ ਆਪਾਂ ਰੇਟ ਦੀ ਗੱਲ ਕਰਦੇ ਹਾਂ, ਰੇਟ ਕੀ ਚੀਜ਼ ਹੁੰਦਾ ਹੈ ਸਹੀ ਮਾਇਨੇ ਦੇ ਵਿੱਚ। ਇਸ ਚੈਪਟਰ ਦੀ ਆਪਾਂ ਨੂੰ ਜ਼ਰੂਰਤ ਕੀ ਪਈ, ਇਹਦੇ 'ਚ ਕੀ ਮੇਨ ਪੜ੍ਹਨਾ। ਆਪਣੇ ਕੋਲੇ ਨਾ 3 ਟਾਈਪ ਦੀਆਂ ਰਿਐਕਸ਼ਨ ਹੁੰਦੀਆਂ ਪੂਰੀ ਕੈਮਿਸਟਰੀ ਦੇ ਵਿੱਚ, ਪੂਰੇ ਵਰਲਡ ਦੇ ਵਿੱਚ ਜਿਹੜੀਆਂ ਕੈਮੀਕਲ ਰਿਐਕਸ਼ਨਸ ਚੱਲਦੀਆਂ ਨੇ, ਪ੍ਰੋਸੈਸ ਅਕਰ ਹੁੰਦੇ ਨੇ, ਉਹ 3 ਮੇਨ ਕੈਟਾਗਰੀ ਦੇ ਹੁੰਦੇ ਨੇ। ਇੱਕ ਕੈਟਾਗਰੀ ਹੁੰਦੀ ਹੈ ਜਿਹਦੀ ਸਪੀਡ ਬਹੁਤ ਜ਼ਿਆਦਾ ਹੁੰਦੀ ਹੈ, ਬਹੁਤ ਹੀ ਫਾਸਟ ਰਿਐਕਸ਼ਨ ਹੁੰਦੀ ਹੈ। ਰਿਐਕਟੈਂਟ ਜਿਹੜੇ ਮਿਕਸ ਆਪਾਂ ਬਾਅਦ 'ਚ ਕਰਦੇ ਹਾਂ, ਤੁਰੰਤ ਹੀ ਨਾਲ ਦੀ ਨਾਲ ਜਿਹੜੇ ਹੈਗੇ ਨੇ ਪ੍ਰੋਡਕਟ ਬਣ ਜਾਂਦੇ ਆ, ਉਹਨਾਂ ਨੂੰ ਵੈਰੀ ਫਾਸਟ ਰਿਐਕਸ਼ਨ ਕਿਹਾ ਜਾਂਦਾ ਹੈ। ਉਹਨਾਂ ਦਾ ਰੇਟ ਜਿਹੜਾ ਹੈਗਾ ਫਾਈਂਡ ਕਰਨਾ ਬਹੁਤ ਜ਼ਿਆਦਾ ਮੁਸ਼ਕਿਲ ਹੈ, ਈਜ਼ੀਲੀ ਆਪਾਂ ਨਹੀਂ ਫਾਈਂਡ ਕਰ ਸਕਦੇ। ਉਹਦੇ ਵਿੱਚ ਜੇ ਐਗਜ਼ਾਮਪਲ ਦੀ ਮੈਂ ਗੱਲ ਕਰਦਾ, ਜਿਵੇਂ ਆਪਣੇ ਕੋਲੇ AgNO3 ਹੈ ਨਾ, AgNO3 ਹੈ, ਇਹਦੇ ਵਿੱਚ NaCl ਪਾਤਾ ਤਾਂ ਪ੍ਰੋਡਕਟ ਬਣੂਗਾ AgCl + NaNO3। ਬਹੁਤ ਫਾਸਟ ਰਿਐਕਸ਼ਨ ਹੈ। ਕਈ ਬੁੱਕਸ ਦੇ ਵਿੱਚ ਇਹਨੂੰ AgCl ਤੇ NaNO3 ਦੀ ਰਿਐਕਸ਼ਨ ਕਰਕੇ ਵੀ ਕਰਦੇ। ਕੁੱਲ ਮਿਲਾ ਕੇ ਹੀ ਰਿਐਕਟੈਂਟ ਨੇ, ਹੀ ਪ੍ਰੋਡਕਟ ਨੇ। ਇਹ ਕਾਫੀ ਫਾਸਟ ਰਿਐਕਸ਼ਨ, ਇਹਦਾ ਰੇਟ ਆਪਾਂ ਫਾਈਂਡ ਨਹੀਂ ਕਰ ਸਕਦੇ। ਦੂਸਰੀ ਕੈਟਾਗਰੀ ਹੁੰਦੀ ਹੈ ਇੱਕ ਜਿਹੜੀ ਬਹੁਤ ਸਲੋ ਰਿਐਕਸ਼ਨ ਹੁੰਦੀ ਹੈ, ਜਿਵੇਂ ਆਪਣੇ ਕੋਲ ਰਸਟਿੰਗ ਆਫ ਆਇਰਨ, ਦੱਸਣ ਦੀ ਜ਼ਰੂਰਤ ਨਹੀਂ, ਪਿੱਛੇ ਹੀ ਕੀਤਾ ਆਪਾਂ। ਰਸਟਿੰਗ ਆਫ ਆਇਰਨ ਬਹੁਤ ਸਲੋ ਪ੍ਰੋਸੈਸ ਹੈ। ਇਹਦਾ ਰੇਟ ਹੁਣ ਫਾਈਂਡ ਕਰਨ ਲੱਗ ਜੇ ਕੋਈ ਬੰਦਾ ਨਾਰਮਲ ਕੰਡੀਸ਼ਨ ਦੇ ਉੱਤੇ, ਤਾਂ ਹੋ ਸਕਦਾ ਬੰਦਾ ਹੀ ਚੱਲ ਜੇ, ਡੈਥ ਹੋ ਜੇ ਉਹਦੀ, ਇੰਨਾ ਸਲੋ ਰੇਟ ਹੁੰਦਾ ਹੈ। ਉਹ ਰੇਟ ਕੀ ਫਾਈਂਡ ਕਰੂਗਾ? ਤਾਂ ਉਹਦਾ ਵੀ ਆਪਾਂ ਨੂੰ ਰੇਟ ਮੁਸ਼ਕਿਲ ਹੈ ਫਾਈਂਡ ਕਰਨਾ। ਤਾਂ ਆਪਣੇ ਕੋਲੇ 33% ਕੈਟਾਗਰੀ ਰਹਿ ਗਈ। ਦੇਖੋ 33 ਇਹਦੇ 'ਚ ਆ ਗਈ ਵੈਰੀ ਫਾਸਟ, 33 ਜਿਹੜੀ ਹੈਗੀਆਂ ਵੈਰੀ ਸਲੋ ਹੋ ਗਈਆਂ। ਤਾਂ 33% ਕੈਟਾਗਰੀ ਜਿਹੜੀ ਰੇਟ ਦੀ ਹੈਗੀ ਉਹ ਇੰਟਰਮੀਡੀਏਟ ਨਾਲ ਚੱਲਦੇ ਆ, ਜਿਹਨੂੰ ਆਪਾਂ ਈਜ਼ੀਲੀ ਸਟੱਡੀ ਕਰ ਸਕਦੇ ਹਾਂ। ਤਾਂ ਇਸ ਚੈਪਟਰ ਦੇ ਵਿੱਚ ਕੀ ਹੈਗਾ, ਜਿਹੜੇ ਈਜ਼ੀਲੀ ਸਟੱਡੀ ਹੁੰਦੇ ਉਹ ਤਾਂ ਹੋ ਹੀ ਜਾਣਗੇ, ਅਤੇ ਜਿਹੜੇ ਫਾਸਟ ਰਿਐਕਸ਼ਨ ਨੇ ਉਹਨਾਂ ਨੂੰ ਨੈਗੇਟਿਵ ਕੈਟਲਿਸਟ ਪਾ ਕੇ ਉਹਨਾਂ ਦਾ ਰੇਟ ਸਟੱਡੀ ਕਰਨਾ, ਸਲੋ ਡਾਊਨ ਕਰਕੇ। ਅਤੇ ਜਿਹੜੇ ਬਹੁਤ ਹੀ ਸਲੋ ਡਾਊਨ ਰਿਐਕਸ਼ਨ ਨੇ ਜਿਵੇਂ ਰਸਟਿੰਗ ਆਫ ਆਇਰਨ ਆ, ਉਹਨਾਂ ਦੇ ਵਿੱਚ ਪੋਜ਼ੀਟਿਵ ਕੈਟਲਿਸਟ ਪਾ ਕੇ ਤਾਂ ਉਹਨਾਂ ਦਾ ਰੇਟ ਇਨਕਰੀਜ਼ ਕਰਕੇ, ਸਪੀਡ ਇਨਕਰੀਜ਼ ਕਰਕੇ ਆਪਾਂ ਉਹਨਾਂ ਦੀ ਸਟੱਡੀ ਕਰਨੀ ਆ। ਕੁੱਲ ਮਿਲਾ ਕੇ ਰਿਐਕਸ਼ਨਸ ਦੀ ਸਟੱਡੀ ਕਰਨੀ ਆ ਆਪਾਂ ਵੀ, ਕਿਸ ਰੇਟ ਨਾਲ ਜਿਹੜੇ ਹੈਗੇ ਨੇ ਰਿਐਕਟੈਂਟ ਪ੍ਰੋਡਕਟ ਦੇ ਵਿੱਚ ਕਨਵਰਟ ਹੋ ਰਹੇ ਨੇ। ਤਾਂ ਹੁਣ ਆਪਾਂ ਇਹਦੇ 'ਚ ਅੱਗੇ ਪੁਆਇੰਟ ਲਿਖੋਗੇ ਰੇਟ ਕੀ ਚੀਜ਼ ਹੈ ਨਾ। ਰੇਟ ਆਫ ਰਿਐਕਸ਼ਨ ਸਹੀ ਮਾਇਨੇ 'ਚ ਹੁੰਦਾ ਕੀ ਹੈ? ਰੇਟ ਹੁੰਦਾ, ਇਹਨੂੰ ਤੁਸੀਂ ਲਿਖ ਸਕਦੇ ਹੋ ਸਪੀਡ ਵਿਦ ਵਿੱਚ ਰਿਐਕਟੈਂਟ ਜਿਹੜੇ ਹੈਗੇ ਨੇ ਗੈਟ ਕਨਵਰਟਡ ਇਨਟੂ ਪ੍ਰੋਡਕਟ, ਜਾਂ ਰਿਐਕਟੈਂਟ ਜਾਂ ਪ੍ਰੋਡਕਟ, ਫਾਰਮੇਸ਼ਨ ਆਫ ਪ੍ਰੋਡਕਟ ਅਕਰ, ਜੋ ਤੁਹਾਡਾ ਦਿਲ ਕਰਦਾ ਉਹ ਲਿਖ ਲਓ। ਰੇਟ ਬੇਸਿਕਲੀ ਕੀ ਚੀਜ਼ ਹੈ? ਸਪੀਡ ਹੈ। ਹੁਣ ਜਿਵੇਂ ਆਪਾਂ ਨੋਰਮਲ ਆਪਾਂ ਗੱਲ ਕਰਦੇ ਹਾਂ, ਜੇ ਲੈਟ ਮੈਂ ਆਪਣੇ ਘਰ ਤੋਂ 17 ਜਾਣਾ ਹੈ ਨਾ, 17 ਜਾਣਾ, ਤਾਂ ਮੇਰੇ ਕੋਲੇ ਇੱਕ ਤਾਂ ਹੋ ਜਾਏਗਾ ਵੀ ਮੈਂ ਓਵਰਆਲ 17 ਤੱਕ ਪਹੁੰਚਣ ਦੇ ਲਈ ਕਿੰਨਾ ਟਾਈਮ ਲਿਆ, ਤਾਂ ਮੈਂ ਐਵਰੇਜ ਰੇਟ ਕੱਢ ਸਕਦਾ। ਕਹਿੰਦਾ ਭਾਵ ਵੀ ਟੋਟਲ ਕਿੰਨਾ ਟਾਈਮ ਲੱਗਿਆ, ਟੋਟਲ ਕਿੰਨਾ ਡਿਸਟੈਂਸ ਜਿਹੜਾ ਹੈਗਾ ਮੈਂ ਕਵਰ ਕੀਤਾ। ਦੂਸਰਾ, ਜੇ ਕੋਈ ਮੈਨੂੰ ਸੈਕੰਡ ਪਰਸਨ ਕਹਿ ਦੇ ਕਿ ਪਰਟੀਕੂਲਰ ਪੁਆਇੰਟ, ਲੈਟ ਅਟਾਵਾ ਚੌਂਕ ਲਾ ਲਓ ਜਾਂ 35 ਦੀਆਂ ਲਾਈਟਾਂ 'ਤੇ ਲਾ ਲਓ, ਜਿੱਥੇ ਮੇਰਾ ਰੇਟ 0 ਹੋਏਗਾ, ਹੈ ਨਾ,
ਟ੍ਰੈਫਿਕ 'ਚ ਜ਼ੀਰੋ ਹੋ ਜਾਏਗਾ। ਤਾਂ ਪਰਟੀਕੂਲਰ ਪੁਆਇੰਟ ਉੱਤੇ ਜਿਹੜਾ ਰੇਟ ਦੀ ਸਟੱਡੀ ਹੁੰਦੀ ਆ ਉਹਨੂੰ ਇੰਸਟੈਂਟੇਨੀਅਸ ਰੇਟ ਕਹਿੰਦੇ ਨੇ। ਤਾਂ ਰੇਟ ਹੁੰਦਾ ਕੀ ਹੈ ਬੇਸਿਕਲੀ ਸਮਝ ਆ ਗਿਆ ਤੁਹਾਨੂੰ, ਸਪੀਡ ਵਿਦ ਵਿਚ ਰਿਐਕਟੈਂਟ ਕਨਵਰਟਡ ਇਨਟੂ ਪ੍ਰੋਡਕਟ। ਰੇਟ ਜਿਹੜਾ ਹੈਗਾ ਉਹ ਦੋ ਟਾਈਪ ਦਾ ਹੋਏਗਾ, ਇੱਕ ਹੁੰਦਾ ਐਵਰੇਜ ਰੇਟ, ਇੱਕ ਹੁੰਦਾ ਇੰਸਟੈਂਟੇਨੀਅਸ ਰੇਟ, ਹੈ ਨਾ। ਹੁਣ ਆਪਣੇ ਕੋਲੇ ਜੇ ਮੈਂ ਸਿੰਪਲ ਜੀ ਗੱਲ ਕਰਦਾ ਐਵਰੇਜ ਰੇਟ, ਹੁਣ ਰੇਟ ਕੀ ਹੈ, ਮੰਨ ਲਓ ਕੰਸਨਟ੍ਰੇਸ਼ਨ ਆਪਣੇ ਕੋਲੇ, ਹੁਣ ਇੱਥੇ ਕਾਰ ਤਾਂ ਹੈ ਨਹੀਂ ਰਿਐਕਟੈਂਟ ਦੀ, ਆਪਣੇ ਕੋਲੇ ਕੰਸਨਟ੍ਰੇਸ਼ਨ ਹੈ। ਕੰਸਨਟ੍ਰੇਸ਼ਨ ਜਿਹੜੀ ਕਿਸ ਸਪੀਡ ਦੇ ਉੱਤੇ ਜਿਹੜੀ ਚੇਂਜ ਹੋ ਰਹੀ ਹੈ ਵਿਦ ਟਾਈਮ, ਆਪਾਂ ਇਹਨੂੰ ਸਪੀਡ ਲਵਾਂਗੇ। ਲੈਟ ਮੈਂ ਡੀ ਏ ਕੋਈ ਰਿਐਕਟੈਂਟ ਲੈ ਲੇ, ਹੈ ਨਾ, ਲੈਟ ਏ ਅਤੇ ਬੀ ਕੋਈ ਮੈਂ ਰਿਐਕਟੈਂਟ ਲੈ ਲੈਣਾ, ਇਹਨਾਂ ਦੀ ਕੋਈ ਕੰਸਨਟ੍ਰੇਸ਼ਨ ਆ। ਤਾਂ ਰੇਟ ਜੇ ਮੈਂ ਇੰਸਟੈਂਟੇਨੀਅਸ ਦੀ ਗੱਲ ਕਰੂੰਗਾ ਤਾਂ ਉਹ ਕੀ ਬਣ ਜਾਊਗਾ, ਡੀ ਏ ਅਪੋਨ ਡੀ ਟੀ। ਡੀ ਵਰਡ ਯੂਜ਼ ਕਰਦੇ ਹਾਂ ਇੰਸਟੈਂਟੇਨੀਅਸ ਕਿਸੇ ਪਰਟੀਕੂਲਰ ਪੁਆਇੰਟ ਦੇ ਉੱਤੇ। ਬੀ ਦੇ ਅਕੋਰਡਿੰਗ ਕੀ ਹੋ ਜਾਏਗਾ, ਡੀ ਵੀ ਅਪੋਨ ਡੀ ਟੀ। ਇਹੀ ਜੇ ਐਵਰੇਜ ਦੀ ਮੈਂ ਗੱਲ ਕਰੂੰਗਾ ਕਿ ਐਵਰੇਜ ਟੋਟਲ ਕਿੰਨਾ ਟਾਈਮ ਲਿਆ ਇਹਨੇ ਪੂਰਾ ਕਨਵਰਟ ਹੋਣ ਦੇ ਲਈ, ਐਵਰੇਜ ਦੇ ਲਈ ਜਿਹੜੀ ਰਿਪਰਜੈਂਟੇਸ਼ਨ ਨਾ ਡੈਲਟਾ ਨਾਲ ਚੱਲਦੀ ਹੈ। ਤਾਂ ਕੀ ਹੋ ਜਾਊਗਾ, ਡੈਲਟਾ ਏ ਅਪੋਨ ਡੈਲਟਾ ਟੀ, ਸਿਮਿਲਰਲੀ ਡੈਲਟਾ ਬੀ ਅਪੋਨ ਡੈਲਟਾ ਟੀ। ਹੋਪ ਕਿ ਇਹ ਪੁਆਇੰਟ ਤੁਹਾਨੂੰ ਸਮਝ ਆ ਗਿਆ ਹੋਏਗਾ। ਹੁਣ ਆਪਾਂ ਦੇਖਦੇ ਹਾਂ ਕਿ ਦੇਖੋ ਵਿਦ ਟਾਈਮ ਜਿਹੜੇ ਹੈਗੇ ਨੇ ਰਿਐਕਟੈਂਟ ਡਿਕਰੀਜ਼ ਹੁੰਦੇ ਨੇ। ਇੱਕ ਸਿੰਪਲ ਜੀ ਮੈਂ ਇੱਕ ਐਗਜ਼ਾਮਪਲ ਹੋਰ ਦਿੰਦਾ ਜੇ ਤੁਹਾਨੂੰ ਪ੍ਰੋਪਰਲੀ ਕਲੀਅਰ ਹੋ ਜਾਊਗਾ। ਵਿਦ ਟਾਈਮ ਜਿਹੜੇ ਹੈਗੇ ਨੇ ਦੇਖੋ ਰਿਐਕਟੈਂਟ ਪਹਿਲਾਂ ਮੈਕਸਿਮਮ ਹੁੰਦੇ ਨੇ, ਵਿਦ ਟਾਈਮ ਉਹ ਡਿਕਰੀਜ਼ ਹੁੰਦੇ ਨੇ, ਕੀ ਨੇ, ਰਿਐਕਟੈਂਟ ਨੇ। ਅਤੇ ਜਦੋਂ ਸਪੀਡ ਇਨਕਰੀਜ਼ ਹੁੰਦੀ ਹੈ ਜਾਂ ਜੋ ਵੀ ਰਿਐਕਸ਼ਨ ਪ੍ਰੋਸੀਡ ਹੁੰਦੀ ਆ ਤਾਂ ਜਿਹੜੇ ਪ੍ਰੋਡਕਟ ਨੇ ਪਹਿਲਾਂ ਜ਼ੀਰੋ ਹੁੰਦੇ ਨੇ, ਵਿਦ ਟਾਈਮ ਕੀ ਨੇ, ਪ੍ਰੋਡਕਟ ਜਿਹੜੇ ਹੈਗੇ ਨੇ ਇਨਕਰੀਜ਼ ਹੁੰਦੇ ਨੇ, ਹੈ ਨਾ। ਤਾਂ ਜਦੋਂ ਰਿਐਕਟੈਂਟ ਡਿਕਰੀਜ਼ ਹੁੰਦੇ ਆ ਤਾਂ ਇਹਨਾਂ ਦੇ ਰੇਟ ਦੇ ਅੱਗੇ ਨੈਗੇਟਿਵ ਆਊਗਾ, ਇਹ ਗੱਲ ਜ਼ਰੂਰ ਯਾਦ ਰੱਖਣੀ। ਸਾਈਨ ਕਨਵੈਂਸ਼ਨ ਕਾਫੀ ਨੇ ਚੈਪਟਰ ਦੇ ਵਿੱਚ। ਅਤੇ ਜਦੋਂ ਪ੍ਰੋਡਕਟ ਦੀ ਗੱਲ ਕਰਾਂਗੇ ਉਹਦੇ ਅੱਗੇ ਪੋਜ਼ੀਟਿਵ ਆਊਗਾ, ਅਤੇ ਪੋਜ਼ੀਟਿਵ ਨੂੰ ਲਿਖਣ ਦੀ ਆਪਾਂ ਨੂੰ ਕੋਈ ਜ਼ਰੂਰਤ ਨਹੀਂ ਹੈਗੀ। ਹਾਂਜੀ, ਹੁਣ ਕਹਿਣ ਦਾ ਭਾਵ ਮੈਂ ਇਹ ਗੱਲ ਕਰਦਾ, ਜੇ ਆਪਾਂ ਹੋਰ ਇੱਕ ਗ੍ਰਾਫ ਦੀ ਗੱਲ ਕਰਾਂ, ਮੈਂ ਆਹ ਵਾਲਾ ਲੈਟ ਆ ਚੇਂਜ ਹੋ ਰਿਹਾ, ਇਕੱਲੇ ਰੈਕਟੈਂਟ ਦਾ ਲੈ ਲਿਆ। ਇਸ ਟਾਈਮ ਦੇ ਇਸ ਇੱਕ ਤਰਫ ਕੰਸਨਟ੍ਰੇਸ਼ਨ ਲੈ ਲਓ, ਇੱਕ ਤਰਫ ਟਾਈਮ ਲੈ ਲਓ, ਹੈ ਨਾ। ਕੰਸਨਟ੍ਰੇਸ਼ਨ C1 ਹੈ, ਆਹ ਵਾਲੀ ਮੈਂ C2 ਲੈ ਲਈ, ਇਹ T1 ਹੈ, ਇਹ T2 ਲੈ ਲਿਆ, ਹੈ ਨਾ। ਜੇ ਮੈਂ ਕੀ ਹੋਊਗਾ C1 ਅਪੋਨ T1 ਕਰੂੰਗਾ, ਇਹ ਕੀ ਹੋ ਗਿਆ, ਇੰਸਟੈਂਟੇਨੀਅਸ ਹੋ ਗਿਆ, ਡੀ ਲੱਗੂਗਾ ਅੱਗੇ, ਡੀ, ਹੈ ਨਾ, ਕਿ ਇੰਨੇ ਟਾਈਮ ਦੇ ਉੱਤੇ ਇੰਨੀ ਕੰਸਨਟ੍ਰੇਸ਼ਨ ਸੀ ਜਾਂ ਇੰਨੀ ਸਪੀਡ ਸੀ, ਹੈ ਨਾ, ਇੰਨੇ ਇਹਦਾ ਰੇਟ ਨਿਕਲੂਗਾ। ਅਤੇ ਐਵਰੇਜ ਦੇ ਲਈ ਕੀ ਹੋ ਜਾਊਗਾ ਜੀ, C2 ਮਾਈਨਸ C1 ਕਰੂੰਗਾ, ਸਿਮਿਲਰਲੀ T2 ਮਾਈਨਸ T1 ਕਰੂੰਗਾ। ਕਹਿਣ ਦਾ ਭਾਵ ਇਹ ਕੀ ਬਣ ਜਾਊਗਾ, ਡੈਲਟਾ C ਅਪੋਨ ਡੈਲਟਾ T। ਤਾਂ ਡੈਲਟਾ ਵਰਡ ਆ ਗਿਆ। ਕਹਿਣ ਦਾ ਭਾਵ ਐਵਰੇਜ ਰੇਟ ਅਤੇ ਇੰਸਟੈਂਟੇਨੀਅਸ ਰੇਟ ਕੈਨ ਵੀ ਸੇਮ ਵੈਨ ਡੈਲਟਾ ਜਿਹੜਾ ਹੈਗਾ ਅਪਰੋਚਸ ਟੂ ਕੀ ਹੋ ਗਿਆ, ਜ਼ੀਰੋ ਹੋ ਗਿਆ। ਜੇ ਇਹਨਾਂ ਦੇ ਵਿੱਚ ਕੋਈ ਡਿਫਰੈਂਸ ਨਹੀਂ ਹੋਊਗਾ ਕੰਸਨਟ C1 C2 ਦਾ ਜਾਂ T1 T2 ਦਾ, ਤਾਂ ਦੋਨੋਂ ਸੇਮ ਹੋ ਜਾਣਗੇ। ਤਾਂ ਹੁਣ ਰੇਟ ਨੂੰ ਆਪਾਂ ਰਿਪਰਜੈਂਟ ਕਰਦੇ ਹਾਂ। ਲੈਟ ਮੇਰੇ ਕੋਲ ਇੱਕ ਸਿੰਪਲ ਇਕੁਏਸ਼ਨ ਲੈ ਲੈਣਾ, ਸਿੰਪਲ ਅਤੇ ਕੰਪਲੈਕਸ ਦੋਨੋਂ ਲੈ ਕੇ ਸਟੱਡੀ ਕਰਦਾ ਮੈਂ। ਲੈਟ ਮੇਰੇ ਕੋਲ A ਹੈ ਅਤੇ B ਹੈ, ਹੈ ਨਾ, ਉਹਨਾਂ ਨੇ ਕੰਬਾਈਨ ਹੋ ਕੇ ਲੈਟ C ਪਲੱਸ D ਬਣਾਤਾ। ਸਿੰਪਲ ਇਕੁਏਸ਼ਨ ਹੈ ਫॉर ਸਿੰਪਲ ਇਕੁਏਸ਼ਨ। ਇਹ ਕਿਹੜੀ ਹੈ, ਫॉर ਸਿੰਪਲ ਇਕੁਏਸ਼ਨ। ਹਾਂਜੀ, ਤਾਂ ਇਹਦੇ ਲਈ ਰੇਟ ਨੂੰ ਆਪਾਂ ਕਿਵੇਂ ਰਿਪਰਜੈਂਟ ਕਰਾਂਗੇ, ਕਿੱਦਾਂ ਮੈਂਸ਼ਨ ਕਰਾਂਗੇ ਇਹਦੇ ਲਈ ਰੇਟ ਨੂੰ। ਤਾਂ A ਦੇ ਅਕੋਰਡਿੰਗ ਮੈਂ ਦੱਸ ਚੁੱਕਿਆ, ਮਾਈਨਸ ਆ ਜਾਊਗਾ DA ਅਪੋਨ DT ਲਿਖਾਂਗੇ ਰਿਪਰਜੈਂਟੇਸ਼ਨ ਆਫ ਰੇਟ। ਤਾਂ B ਦੇ ਲਈ ਅਕੋਰਡਿੰਗ ਟੂ B ਕਿੱਦਾਂ ਡਿਕਰੀਜ਼ ਕਰੂਗਾ, DV ਅਪੋਨ DT, ਹੈ ਨਾ, ਨੈਗੇਟਿਵ ਆ ਰਿਹਾ, ਮਾਈਨਸ ਆਊਗਾ, ਇਹ ਗੱਲ ਯਾਦ ਰੱਖ ਲਿਓ, ਬਾਰ-ਬਾਰ ਜ਼ੋਰ ਪਾ ਰਹੇ ਹਾਂ। ਅਤੇ C ਦੇ ਅਕੋਰਡਿੰਗ ਜੇ ਰੇਟ ਦੀ ਗੱਲ ਕਰਾਂਗੇ ਆਪਾਂ ਕੀ ਲਿਖਾਂਗੇ, DC ਅਪੋਨ DT। D ਦੇ ਅਕੋਰਡਿੰਗ DD ਅਪੋਨ DT। ਤਾਂ ਇਹ ਰਿਪਰਜੈਂਟੇਸ਼ਨ ਹੋ ਗਈ। ਹੁਣ ਇਹੀ ਮੈਂ ਥੋੜ੍ਹੀ ਜਿਹੀ ਕੰਪਲੈਕਸ ਰਿਐਕਸ਼ਨ ਜਿਹੜੀ ਹੈਗੀ ਆ ਉਹ ਲੈ ਲੈਣਾ। ਕੰਪਲੈਕਸ ਰਿਐਕਸ਼ਨ ਦੇ ਲਈ ਫॉर ਜਿਹੜਾ ਕੰਪਲੈਕਸ ਰਿਐਕਸ਼ਨ ਆ ਗਈ, ਕੰਪਲੈਕਸ ਰਿਐਕਸ਼ਨ ਦੇ ਲਈ ਲੈਟ ਮੈਂ ਕੀ ਕਰਦਾ, A ਦੇ A ਮੋਲ ਨੇ ਮੇਰੇ ਕੋਲੇ, B ਦੇ B ਮੋਲ ਨੇ ਮੇਰੇ ਕੋਲੇ, ਉਹਨਾਂ ਨੇ C ਦੇ C ਮੋਲ ਦਿੱਤੇ ਅਤੇ D ਦੇ D ਮੋਲ ਦਿੱਤੇ, ਹੈ ਨਾ। ਤਾਂ ਇਸ ਕੇਸ ਦੇ ਵਿੱਚ ਜਿਹੜਾ ਰੇਟ ਨੂੰ ਆਪਾਂ ਕਿਵੇਂ ਰਿਪਰਜੈਂਟ ਕਰਾਂਗੇ ਜੀ, ਯਾਦ ਰੱਖਣਾ ਜਿਹੜਾ ਵੀ ਸਟਾਈਚੋਮੈਟ੍ਰਿਕ ਹੁੰਦਾ, ਜਿਵੇਂ ABCD, ਜਿਵੇਂ ਆਪਾਂ ਕਹਿ ਦਿੰਦੇ ਹਾਂ 2A ਕੰਬਾਈਨ ਹੋਏ 3B ਦੇ ਨਾਲ, 4C ਦਿੱਤੇ ਜਾਂ ਹਾਫ C ਦਿੱਤੇ, ਉਹ 2 4 ਹਾਫ ਇਹਦੇ ਵਿੱਚ ਜੋ ਨਿਊਮੈਰੀਕਲ ਨੰਬਰ ਹੁੰਦਾ ਉਹਨੂੰ ਸਟਾਈਚੋਮੈਟ੍ਰਿਕ ਜਾਂ ਕੋਫੀਸ਼ੀਐਂਟਸ ਕਹਿੰਦੇ ਆ ਆਪਾਂ, ਹੈ ਨਾ। ਤਾਂ ਕੋਫੀਸ਼ੀਐਂਟਸ ਦੇ ਕੇਸ ਦੇ ਵਿੱਚ ਕੰਪਲੈਕਸ ਰਿਐਕਸ਼ਨ 'ਚ ਯਾਦ ਰੱਖਣਾ, ਪਹਿਲੀ ਗੱਲ ਜਿਹੜਾ ਕੋਫੀਸ਼ੀਐਂਟ ਆਊਗਾ 1 ਅਪੋਨ ਹੋ ਜਾਊਗਾ। ਤਾਂ A ਦੇ ਅਕੋਰਡਿੰਗ ਜਿਹੜਾ ਇਹਨੇ ਕੀ ਬਣਨਾ, ਪਹਿਲੀ ਗੱਲ ਮਾਈਨਸ ਆਉਣਾ, 1 ਅਪੋਨ A ਹੋ ਜਾਊਗਾ।
dA/dt। पॉइंट समझ आ गया। ਜਿਹੜਾ ਕੋਫੀਸ਼ੀਐਂਟ ਆ ਉਹ 1 ਹੋ ਜਾਏਗਾ। ਨੈਗੇਟਿਵ ਕਿਉਂ ਆਇਆ? ਕਿਉਂਕਿ ਇਹ ਰਿਐਕਟੈਂਟ ਸੀਗਾ ਜੀ। ਸਿਮਿਲਰਲੀ b ਦੇ ਅਕੋਰਡਿੰਗ -1/b dB/dt, c ਦੇ ਅਕੋਰਡਿੰਗ 1/c dC/dt, ਅਤੇ d ਦੇ ਅਕੋਰਡਿੰਗ 1/d dd/dt। ਤਾਂ ਆਪਣਾ ਇਹ ਰੇਟ ਨੂੰ ਕਿਸੇ ਦੇ ਅਕੋਰਡਿੰਗ ਪਾਰਟਿਕੂਲਰ ਜਿਹੜੇ ਰੈਕਟੈਂਟ ਜਾਂ ਪ੍ਰੋਡਕਟ ਦੇ ਅਕੋਰਡਿੰਗ ਅਗਰ ਤੁਹਾਨੂੰ ਰੇਟ ਪੁੱਛ ਲਿਆ ਕਿਵੇਂ ਫਾਈਂਡ ਕਰੋਗੇ ਤਾਂ ਆ ਆਪਣੇ ਕੋਲੇ ਮੈਥਡ ਨੇ। ਹਾਂਜੀ, ਨੈਕਸਟ ਟੌਪਿਕ ਆਉਂਦਾ, ਟੂ ਮੱਚ ਇੰਪੋਰਟੈਂਟ ਹੈ, ਥਿਊਰੀ ਹੈ ਥੋੜ੍ਹੀ ਜਿਹੀ, ਇਹਨੂੰ ਲਿਖੋ। ਨੈਕਸਟ ਆਉਂਦਾ ਮੇਨ ਫੈਕਟਰਸ, ਹੈਡਿੰਗ ਬਣਾ ਕੇ ਲਿਖੋ, ਕਾਫੀ ਇੰਪੋਰਟੈਂਟ ਹੈ। ਮੇਨ ਫੈਕਟਰ ਅਪਾਉਣ ਵਿੱਚ ਜਿਹੜਾ ਹੈਗਾ ਰੇਟ ਆਫ ਰਿਐਕਸ਼ਨ ਜਿਹੜੀ ਹੈ ਕੈਮੀਕਲ ਰਿਐਕਸ਼ਨ ਡਿਪੈਂਡ ਕਰਦੀ ਹੈ, ਇਹਨੂੰ ਲਿਖੋ। ਇਹਦੇ ਵਿੱਚ ਫਸਟ ਜਿਹੜਾ ਤੁਸੀਂ ਪੁਆਇੰਟ ਬਣਾਓਗੇ, ਪਹਿਲੀ ਗੱਲ ਆਊਗੀ ਇਹਦੇ ਵਿੱਚ ਕੰਸਨਟ੍ਰੇਸ਼ਨ ਦੀ। ਫਸਟ ਵਨ ਇਜ਼ ਦਾ ਕੰਸਨਟ੍ਰੇਸ਼ਨ ਆਫ ਰਿਐਕਟੈਂਟ ਲਿਖ ਲਓ ਜਾਂ ਰਿਐਕਟਿੰਗ ਸਪੀਸ਼ੀਜ਼ ਲਿਖ ਲਓ, ਹੈ ਨਾ। ਅਤੇ ਦੂਸਰਾ ਇਹਦੇ ਵਿੱਚ ਤੁਸੀਂ ਲਿਖੋਗੇ ਟੈਂਪਰੇਚਰ, ਕਿ ਕਿਸ ਟੈਂਪਰੇਚਰ ਦੇ ਉੱਪਰ ਜਿਹੜੀ ਹੈਗੀ ਹੈ ਤੁਹਾਡੀ ਰਿਐਕਸ਼ਨ ਜਿਹੜੀ ਹੈਗੀ ਆ ਪ੍ਰੋਸੀਡ ਕਰ ਰਹੀ ਹੈ। ਮੇਨ ਫੈਕਟਰ ਦੇ ਵਿੱਚ ਕੀ ਕੁਛ ਆ ਜਾਊਗਾ? ਪਹਿਲਾ ਕੌਨਸਨਟ੍ਰੇਸ਼ਨ ਆ ਜਾਊ, ਦੂਸਰਾ ਕੀ ਆ ਜਾਊਗਾ ਕਿਸ ਟੈਂਪਰੇਚਰ 'ਤੇ ਸਟੱਡੀ ਕਰ ਰਹੇ ਹੋ, ਤੀਸਰਾ ਇਹਦੇ ਤੁਸੀਂ ਸਰਫੇਸ ਏਰੀਆ ਲਿਖ ਸਕਦੇ ਹੋ। ਕੀ ਲਿਖ ਸਕਦੇ ਹੋ? ਸਰਫੇਸ ਏਰੀਆ। ਉਸ ਤੋਂ ਬਾਅਦ ਇਹਦੇ 'ਚ ਇੱਕ ਤੁਸੀਂ ਪੁਆਇੰਟ ਬਣਾ ਸਕਦੇ ਹੋ ਕੈਟਾਲਿਸਟ ਬਣਾ ਸਕਦੇ ਹੋ ਪੁਆਇੰਟ ਇੱਕ। ਨੈਕਸਟ ਇਹਦੇ 'ਚ ਪ੍ਰੈਜ਼ੈਂਸ ਆਫ ਰੇਡੀਏਸ਼ਨ, ਇਹ ਕਾਫੀ ਇੰਪੋਰਟੈਂਟ ਹੈ ਇਹ ਪੁਆਇੰਟ, ਇਹਨੂੰ ਹਾਈਲਾਈਟ ਕਰਕੇ ਦੱਸਾਂਗਾ, ਪ੍ਰੈਜ਼ੈਂਸ ਆਫ ਰੇਡੀਏਸ਼ਨ। ਉਸ ਤੋਂ ਬਾਅਦ ਤੁਸੀਂ ਇਹਦੇ 'ਚ ਇੱਕ ਪੁਆਇੰਟ ਬਣਾ ਸਕਦੇ ਹੋਗੇ ਨੇਚਰ ਆਫ ਦਾ ਰਿਐਕਟੈਂਟ, ਇਹ ਵੀ ਕਾਫੀ ਇੰਪੋਰਟੈਂਟ ਹੈ, ਨੇਚਰ ਆਫ ਰਿਐਕਟੈਂਟ। ਇਹ ਮੇਨ ਜਿਹੜੇ ਹੈਗੇ ਨੇ ਇਹਦੇ 6 ਪੁਆਇੰਟ ਨੇ ਜਿਹਦੇ ਉੱਤੇ ਜਿਹੜੀ ਹੈਗੀ ਆ ਰੇਟ ਆਫ ਰਿਐਕਸ਼ਨ ਡਿਪੈਂਡ ਕਰਦੀ ਹੈ। ਤਾਂ ਇਹਦੇ ਵਿੱਚ ਜਿਹੜੇ ਕਾਫੀ ਇੰਪੋਰਟੈਂਟ ਨੇ, ਇੱਕ ਤਾਂ ਪਹਿਲਾ ਹੈਗਾ ਕੰਸਨਟ੍ਰੇਸ਼ਨ, ਇਹਨੂੰ ਪੂਰਾ ਡਿਟੇਲ ਦੇ ਵਿੱਚ ਆਪਾਂ ਸਟੱਡੀ ਕਰਾਂਗੇ। ਸਟਾਰਟਿੰਗ ਕਰਦਾ ਮੈਂ ਕਿਹਦੀ? ਕੰਸਨਟ੍ਰੇਸ਼ਨ ਦੀ ਲਈ। ਕੰਸਨਟ੍ਰੇਸ਼ਨ ਦੀ ਜਦੋਂ ਆਪਾਂ ਸਟੱਡੀ ਕਰਦੇ ਹਾਂ, ਹੈ ਨਾ, ਕੰਸਨਟ੍ਰੇਸ਼ਨ ਦੀ ਸਟੱਡੀ, ਇੱਕ ਪਹਿਲਾਂ ਸਿੰਪਲ ਗੱਲ ਕਰਦਾ, ਇਹਨੂੰ ਹੈਡਿੰਗ ਬਣਾ ਕੇ ਲਿਖ ਲਓ। ਰੇਟ ਆਫ ਰਿਐਕਸ਼ਨ ਇਜ਼ ਡਾਇਰੈਕਟਲੀ ਪ੍ਰਪੋਰਸ਼ਨਲ ਟੂ ਦਾ ਮੋਲਰ ਕੰਸਨਟ੍ਰੇਸ਼ਨ ਆਫ ਰਿਐਕਟਿੰਗ ਸਪੀਸ਼ੀਜ਼। ਜਿਹੜੀਆਂ ਸਪੀਸ਼ੀਜ਼ ਰਿਐਕਟ ਕਰ ਰਹੀਆਂ ਉਹਨਾਂ ਦੀ ਜੋ ਮੋਲਰ ਕੰਸਨਟ੍ਰੇਸ਼ਨ ਹੈ, ਮੋਲਰ ਕੰਸਨਟ੍ਰੇਸ਼ਨ ਬਾਰ-ਬਾਰ ਪਹਿਲਾਂ ਵੀ ਦੱਸਿਆ ਹੁਣ ਵੀ ਦੱਸ ਰਹੇ ਹਾਂ ਕਿ ਇਹ ਸਕੇਅਰ ਬ੍ਰੈਕਟ ਦੇ ਵਿੱਚ ਰਿਪਰੈਜ਼ੈਂਟ ਕੀਤੀ ਜਾਂਦੀ ਹੈ। ਜਦੋਂ ਵੀ ਕੋਈ ਵੈਲਿਊ ਸਕੇਅਰ ਬ੍ਰੈਕਟ ਦੇ ਵਿੱਚ ਲਿਖੀ ਹੈ, ਜਿਵੇਂ ਦੇਖੋ ਆਪਾਂ ਪਿੱਛੇ ਨਰਸਟ ਇਕੁਏਸ਼ਨ ਦੇ ਵਿੱਚ ਜਿਹੜੀ ਕੰਸਨਟ੍ਰੇਸ਼ਨ ਲਿਖਦੇ ਸੀ 1 ਲਿਖਦੇ ਸੀ ਤਾਂ ਵੀ ਸਕੇਅਰ ਬ੍ਰੈਕਟ ਦੇ ਵਿੱਚ, ਅਤੇ ਜਿਹੜੀ ਚੇਂਜ ਹੋ ਜਾਂਦੀ ਸੀ ਉਹ ਵੀ ਆਪਾਂ ਸਕੇਅਰ ਬ੍ਰੈਕਟ 'ਚ ਲਿਖਦੇ ਸੀ, ਉਹਨੂੰ ਮੋਲਰ ਕੰਸਨਟ੍ਰੇਸ਼ਨ ਕਹਿੰਦੇ ਆ। ਹਾਂ, ਤਾਂ ਡਾਇਰੈਕਟਲੀ ਪ੍ਰਪੋਰਸ਼ਨਲ ਟੂ ਦਾ ਮੋਲਰ ਕੰਸਨਟ੍ਰੇਸ਼ਨ ਆਫ ਦਾ ਰਿਐਕਟਿੰਗ ਸਪੀਸ਼ੀਜ਼, ਕਾਫੀ ਇੰਪੋਰਟੈਂਟ ਪੁਆਇੰਟ ਹੈ। ਹੁਣ ਇਹਦੇ ਲਈ ਇਹਦੀ ਐਕਸਪਲੇਨੇਸ਼ਨ ਜਿਹੜੀ ਹੈਗੀ ਹੈ ਕੰਸਨਟ੍ਰੇਸ਼ਨ ਦੀ ਕਾਫੀ ਲੰਮੀ ਚੌੜੀ ਹੈ। ਪਹਿਲਾਂ ਮੈਂ ਦੂਸਰਿਆਂ ਨੂੰ ਥੋੜ੍ਹਾ ਦੱਸ ਦਿਆਂ, ਉਸ ਤੋਂ ਬਾਅਦ ਇਹਨੂੰ ਪੂਰਾ ਪ੍ਰੋਪਰਲੀ ਐਕਸਪਲੇਨ ਕਰੂੰਗਾ। ਦੂਸਰੀ ਗੱਲ ਕਰਦਾ ਮੈਂ ਟੈਂਪਰੇਚਰ ਦੀ, ਹੈ ਨਾ, ਫਿਲਹਾਲ ਇੰਨਾ ਹੀ ਲਿਖਣਾ ਤੁਸੀਂ ਕੰਸਨਟ੍ਰੇਸ਼ਨ 'ਚ। ਦੂਸਰੀ ਗੱਲ ਕਰਦਾ ਮੈਂ ਟੈਂਪਰੇਚਰ ਦੇ ਕੇਸ ਦੇ ਵਿੱਚ ਤੁਸੀਂ ਲਿਖੋਗੇ ਰੇਟ ਆਫ ਰਿਐਕਸ਼ਨ ਡਾਇਰੈਕਟਲੀ ਪ੍ਰਪੋਰਸ਼ਨਲ ਟੂ ਦਾ ਟੈਂਪਰੇਚਰ। ਜਿੰਨਾ ਟੈਂਪਰੇਚਰ ਜ਼ਿਆਦਾ ਹੋਊਗਾ ਉਨੇ ਜਿਹੜੇ ਰਿਐਕਟੈਂਟ ਐਨਰਜੀ ਇਹਦੇ ਵਿੱਚ ਥ੍ਰੈਸ਼ਹੋਲਡ ਐਨਰਜੀ ਹੁੰਦੀ ਹੈ, ਰਿਐਕਟੈਂਟ ਕੋਲੇ ਸਪੀਸ਼ੀਜ਼ ਕੋਲੇ ਐਨਰਜੀ ਮਿਲਦੀ ਹੈ, ਇੱਕ ਦੂਸਰੇ ਨਾਲ ਸਟਰਾਈਕ ਕਰਦੇ ਨੇ ਤਾਂ ਪ੍ਰੋਡਕਟ ਦਿੰਦੇ ਨੇ। ਕਹਿਣ ਦਾ ਭਾਵ ਜਿੰਨਾ ਟੈਂਪਰੇਚਰ ਵੱਧ ਹੋਏਗਾ ਉਹਨੇ ਉਹਨਾਂ ਦੇ ਪਾਰਟੀਕਲ ਸਬਸਟੀਟੂਐਂਟਸ ਜਿਨ੍ਹਾਂ ਤੋਂ ਬਣੇ ਹੋਏ ਨੇ ਐਨਰਜੀ ਜ਼ਿਆਦਾ ਗੇਨ ਕਰਨਗੇ, ਉਹਨਾਂ ਪ੍ਰੋਡਕਟ ਫਾਸਟ ਬਣਾਉਣਗੇ, ਰੇਟ ਤੁਹਾਡਾ ਜਿਹੜਾ ਹੈਗਾ ਉਹ ਫਾਸਟ ਹੋ ਜਾਏਗਾ। ਉਸ ਤੋਂ ਬਾਅਦ ਜੇ ਮੈਂ ਗੱਲ ਕਰਾਂ ਸਰਫੇਸ ਏਰੀਏ ਦੀ ਤਾਂ ਸਿੰਪਲ ਜੀ ਗੱਲ ਹੈ। ਹੁਣ ਆਪਾਂ ਕੋਈ ਇੱਕ ਸਿੰਪਲ ਜੀ ਕੋਈ ਵੀ ਐਗਜ਼ਾਮਪਲ ਲੈ ਲਓ, ਜਿੰਨਾ ਐਵੈਪੋਰੇਸ਼ਨ ਲਾ ਲਓ, ਚਲੋ ਐਵੈਪੋਰੇਸ਼ਨ ਹੋ ਰਹੀ ਹੈ 1 ਲੀਟਰ ਵਾਟਰ ਦੀ ਹੋ ਰਹੀ ਹੈ ਨਾ, ਲੈਟ 1 ਲੀਟਰ ਵਾਟਰ ਦੀ ਐਵੈਪੋਰੇਸ਼ਨ ਤੁਸੀਂ ਇੱਕ ਛੋਟੇ ਜਿਹੇ ਕੰਟੇਨਰ ਜਿਹਨੂੰ ਤੁਸੀਂ ਲੈਟ ਇੱਕ ਮੱਗ ਕਹਿ ਦਿਓ, ਮੱਗ 'ਚ ਰੱਖਿਆ ਹੋਇਆ, ਉਹੀ 1 ਲੀਟਰ ਜਿਹੜਾ ਤੁਸੀਂ ਪੂਰੇ ਫਰਸ਼ ਦੇ ਉੱਪਰ ਡੋਲ ਦਿਓ, ਹੈ ਨਾ, ਤਾਂ ਕਿਹੜਾ ਪਹਿਲਾਂ ਐਵੈਪੋਰੇਟ ਕਰੂਗਾ? ਫਰਸ਼ ਵਾਲਾ, ਕਿਉਂਕਿ ਫਰਸ਼ ਦੇ ਵਿੱਚ ਕੀ ਆ ਉਹਦਾ ਮੈਕਸਿਮਮ ਜਿਹੜਾ ਸਰਫੇਸ ਏਰੀਆ ਹੋਗਾ ਜਿੱਥੋਂ ਐਵੈਪੋਰੇਸ਼ਨ ਹੋ ਸਕਦੀ ਹੈ। ਤਾਂ ਆਪਾਂ ਕਹਿ ਸਕਦੇ ਹਾਂ ਕਿ ਰੇਟ ਆਫ ਰਿਐਕਸ਼ਨ ਜਿਹੜੀ ਹੈਗੀ ਹੈ ਸਰਫੇਸ ਏਰੀਏ ਦੇ ਡਾਇਰੈਕਟਲੀ ਪ੍ਰਪੋਰਸ਼ਨਲ ਹੁੰਦਾ, ਹੈ ਨਾ। ਉਸ ਤੋਂ ਬਾਅਦ ਫੋਰਥ ਜਿਹੜਾ ਆਉਂਦਾ ਕੈਟਲਿਸਟ। ਹਾਂਜੀ, ਇਹਦੇ ਵਿੱਚ ਤੁਸੀਂ ਹੁਣ ਕੀ ਲਿਖੋਗੇ? ਕੈਟਲਿਸਟ ਹੈਡਿੰਗ ਬਣਾ ਕੇ ਇਹ 'ਚ ਲਿਖੋਗੇ ਕੈਟਲਿਸਟ ਇਜ਼ ਏ ਸਬਸਟਾਂਸ ਵਿਚ ਕੈਨ ਇਨਕਰੀਜ਼ ਐਜ਼ ਵੈਲ ਐਜ਼ ਡਿਕਰੀਜ਼ ਦਾ ਰੇਟ ਆਫ ਰਿਐਕਸ਼ਨ। ਫਿਲਹਾਲ ਇੰਨੇ ਹੀ ਲਿਖੋਗੇ, ਇਹਦੇ ਨਾਲ ਥੋੜ੍ਹਾ ਜਿਹਾ ਹੋਰ ਐਡ ਕਰ ਲਓ, ਬਾਕੀ ਇਹਦੀ ਵੀ ਐਕਸਪਲੇਨੇਸ਼ਨ ਅੱਗੇ ਮੈਂ ਕੈਟਾਲਿਟੀਕਲ ਰਿਐਕਸ਼ਨ ਕਰਵਾਊਂਗਾ, ਉੱਥੇ ਡਿਟੇਲ ਦੱਸੂਗਾ। ਅਤੇ ਇਹਦੇ 'ਚ ਇੰਨਾ ਕੁ ਹੋਰ ਲਿਖ ਲਓ ਕਿ ਕੈਟਲਿਸਟ ਵਿਲ ਬੀ ਆਫ 2 ਟਾਈਪ, ਵਨ ਇਜ਼ ਪੋਜ਼ੀਟਿਵ ਕੈਟਲਿਸਟ ਅਨਦਰ ਇਜ਼ ਨੈਗੇਟਿਵ ਕੈਟਲਿਸਟ। ਕੈਟਲਿਸਟ ਜਿਹੜਾ ਪੋਜ਼ੀਟਿਵ ਹੋਏਗਾ
will increase the rate of reaction, while negative catalyst ਜਿਹੜਾ ਹੋਏਗਾ will decrease the rate of reaction just by affecting activation energy। ਇਹ ਬ੍ਰੈਕਟ 'ਚ ਲਿਖ ਲਿਓ, ਹਾਈਲਾਈਟ ਕਰਕੇ ਲਿਖ ਲਿਓ, just by affecting activation energy। ਦੀ ਐਕਸਪਲੇਨੇਸ਼ਨ ਫਿਰ ਬਾਅਦ 'ਚ ਮੈਂ ਪੂਰੀ ਡਿਟੇਲ 'ਚ ਕਰਵਾਉਂਗਾ ਤੁਹਾਨੂੰ। ਹਾਂਜੀ, ਉਸ ਤੋਂ ਬਾਅਦ ਆਪਣੇ ਕੋਲ ਆ ਜਾਂਦਾ ਪ੍ਰੈਜ਼ੈਂਸ ਆਫ ਰੇਡੀਏਸ਼ਨ। ਪ੍ਰੈਜ਼ੈਂਸ ਆਫ ਰੇਡੀਏਸ਼ਨ ਦੀ ਜਦੋਂ ਆਪਾਂ ਗੱਲ ਕਰਦੇ ਹਾਂ ਤੇ ਰੇਡੀਏਸ਼ਨ ਆਪਣੇ ਕੋਲੇ ਕੁਛ ਕੁ ਰਿਐਕਸ਼ਨਸ ਹੁੰਦੀਆਂ ਨੇ ਜਿਹੜੀਆਂ ਸਨਲਾਈਟ ਦੇ ਵਿੱਚ ਕਾਫੀ ਫਾਸਟ ਜਿਹੜੀ ਰਿਐਕਟ ਕਰਦੀਆਂ ਨੇ, ਹੈ ਨਾ। ਡਾਰਕ ਦੇ ਵਿੱਚ ਉਹੀ ਰਿਐਕਸ਼ਨਸ, ਜਿਵੇਂ ਮੈਂ ਇੱਕ ਸਿੰਪਲ ਐਗਜ਼ਾਮਪਲ ਲੈ ਲੈਂਦਾ ਪ੍ਰੈਜ਼ੈਂਸ ਆਫ ਰੇਡੀਏਸ਼ਨ ਦੀ। ਮੇਰੇ ਕੋਲ ਲੈਟ ਹਾਈਡਰੋਜਨ ਪਲੱਸ ਕਲੋਰੀਨ ਹੈਗਾ, ਹੈ ਨਾ। ਇਹਨੂੰ ਡਾਰਕ ਦੇ ਵਿੱਚ ਕਰੂੰਗਾ ਤਾਂ ਬਣਨਾ ਤਾਂ 2HCl ਹੀ ਹੈ, ਬਟ ਇਹ ਬੜੀ ਸਲੋ ਸਪੀਡ ਦੇ ਨਾਲ ਬਣਦਾ, ਹੈ ਨਾ। ਤਾਂ ਇਹਨਾਂ ਨੂੰ ਹੀ ਜੇ ਮੈਂ ਇਨਸਪਾਈਟ ਆਫ ਡਾਰਕ ਜਿਹੜਾ ਸਨਲਾਈਟ ਲੈ ਲਾਂ, HNU ਲੈ ਲਾਂ, ਤਾਂ ਇਹ ਰਿਐਕਸ਼ਨ ਮੈਜ਼ਰੇਬਲ ਰੇਟ ਦੇ ਵਿੱਚ ਚਲੀ ਜਾਂਦੀ, ਆਪਾਂ ਈਜ਼ੀਲੀ ਇਹਦੀ ਸਟੱਡੀ ਕਰ ਸਕਦੇ ਹਾਂ। ਜ਼ਿਆਦਾਤਰ ਜਿਹੜੀਆਂ ਹੁੰਦੀਆਂ ਨੇ ਇਹ ਜ਼ੀਰੋ ਆਰਡਰ ਰਿਐਕਸ਼ਨਸ ਹੁੰਦੀਆਂ ਨੇ, ਇਹ ਮੈਟਲ ਕੈਟਾਲਿਟੀਕਲ ਰਿਐਕਸ਼ਨਸ ਹੁੰਦੀਆਂ ਨੇ, ਇਹ ਸਨਲਾਈਟ ਦੀ ਪ੍ਰੈਜ਼ੈਂਸ ਦੇ ਵਿੱਚ ਜਿਹੜੀਆਂ ਹੈਗੀਆਂ ਨੇ ਫਾਸਟ ਮੂਵ ਕਰਦੀਆਂ। ਤੁਸੀਂ ਇਹ ਸਾਰਾ ਲਿਖਣਾ ਹੈ, ਜ਼ੀਰੋ ਆਰਡਰ ਹੈ, ਜਨਰਲੀ ਦੇ ਆਰ ਜ਼ੀਰੋ ਆਰਡਰ, ਜਨਰਲੀ ਦੇ ਆਰ ਮੈਟਲ ਕੈਟਾਲਿਟੀਕਲ ਰਿਐਕਸ਼ਨਸ, ਦੇ ਪ੍ਰੋਸੀਡ ਜਾਂ ਮੂਵ ਵਿਦ ਰੀਜ਼ਨੇਬਲ ਰੇਟ ਇਨ ਓਨਲੀ ਇਨ ਦਾ ਪ੍ਰੈਜ਼ੈਂਸ ਆਫ ਰੇਡੀਏਸ਼ਨਸ, ਹੈ ਨਾ। ਇਹ ਲਿਖ ਦਿਓ। ਉਸ ਤੋਂ ਬਾਅਦ ਨੇਚਰ ਆਫ ਰਿਐਕਟੈਂਟ ਦੀ ਮੈਂ ਐਕਸਪਲੇਨੇਸ਼ਨ ਦਿੰਦਾ। ਨੇਚਰ ਆਫ ਰਿਐਕਟੈਂਟ ਦੀ ਜਦੋਂ ਗੱਲ ਕਰਦਾ, ਦੇਖੋ ਕੁੱਲ ਮਿਲਾ ਕੇ ਮੈਂ ਨਾ ਇੱਕ ਐਗਜ਼ਾਮਪਲ ਲਿਖ ਲੈਂਦਾ। NO plus O2 will give NO2, ਲੈਟ ਸਿੰਪਲ। ਬੈਲੈਂਸਿੰਗ ਨਹੀਂ ਮੈਂ ਦੇਖ ਰਿਹਾ ਇਹਦੇ 'ਚ। ਕਾਰਬਨ ਪਲੱਸ ਆਕਸੀਜਨ, ਇਹਦੀ ਵੀ ਆਕਸੀਡੇਸ਼ਨ ਕਰਾਈ ਤਾਂ ਕਾਰਬਨ ਡਾਈਆਕਸਾਈਡ ਬਣ ਗਿਆ। ਦੋ ਰਿਐਕਸ਼ਨਸ ਨੇ, ਹੈ ਨਾ। ਆ ਫਸਟ ਹੈ, ਆ ਕਿਹੜੀ ਹੈ, ਸੈਕੰਡ ਰਿਐਕਸ਼ਨ ਹੈ। ਹੁਣ ਦੇਖਣ ਦੇ ਵਿੱਚ ਕੀ ਲੱਗ ਰਿਹਾ ਕਿ NO ਦੀ ਵੀ ਆਕਸੀਡੇਸ਼ਨ ਹੋ ਰਹੀ ਹੈ, ਕਾਰਬਨ ਦੀ ਵੀ ਆਕਸੀਡੇਸ਼ਨ ਹੋ ਰਹੀ ਹੈ। ਇਹਦੇ ਵਿੱਚ ਨੇਚਰ ਆਫ ਰਿਐਕਟੈਂਟ ਦੇ ਵਿੱਚ ਮੈਂ ਕੀ ਦੱਸਣਾ ਚਾਹੁੰਦਾ, ਇਹ ਜਿਹੜੀ ਹੈਗੀ ਹੈ ਬਹੁਤ ਫਾਸਟ ਰਿਐਕਸ਼ਨ ਹੁੰਦੀ ਹੈ, ਵਾਈਲ ਜਿਹੜੀ ਕਾਰਬਨ ਵਾਲੀ ਇਹ ਸਲੋ ਰਿਐਕਸ਼ਨ ਹੁੰਦੀ ਹੈ। ਕਾਰਨ ਕੀ ਹੈ ਇਹਦਾ, ਦੇਖੋ ਇਹਦੇ 'ਚ ਤੁਸੀਂ ਲਿਖੋਗੇ ਜਿਹੜੀਆਂ ਰਿਐਕਸ਼ਨ ਪ੍ਰੋਸੀਡ ਕਰਦੀਆਂ ਨੇ, ਹਰ ਇੱਕ ਰਿਐਕਸ਼ਨ ਦੇ ਵਿੱਚ ਕੀ ਹੁੰਦਾ, ਬ੍ਰੇਕੇਜ ਆਫ ਓਲਡ ਬੌਂਡ ਅਕਰ ਐਂਡ ਫਾਰਮੇਸ਼ਨ ਆਫ ਨਿਊ ਜਿਹੜੇ ਬੌਂਡ ਹੈ ਟੇਕਸ ਪਲੇਸ ਹੈ। ਤਾਂ ਓਵਰਆਲ ਰੇਟ ਜਿਹੜਾ ਡਿਪੈਂਡ ਕਰਦਾ ਬ੍ਰੇਕੇਜ ਆਫ ਬੌਂਡ, ਓਲਡ ਬੌਂਡ ਨੂੰ ਟੁੱਟਣ 'ਤੇ ਜਿੰਨਾ ਜ਼ਿਆਦਾ ਟਾਈਮ ਲੱਗਦਾ ਉਨੀ ਰਿਐਕਸ਼ਨ ਜਿਹੜੀ ਹੈਗੀ ਆ ਉਹ ਸਲੋ ਹੁੰਦੀ ਜਾਊਗੀ। ਤਾਂ ਦੇਖਣ ਦੇ ਵਿੱਚ ਇਹ ਸੇਮ ਲੱਗਦੀਆਂ ਨੇ, ਬਟ ਉੱਪਰ ਵਾਲੀ ਫਾਸਟ ਕਿਉਂ ਹੈ, ਸਾਰਾ ਟਾਈਮ ਬੌਂਡ ਟੁੱਟਣ 'ਤੇ ਲੱਗਦਾ, ਬਣਨ 'ਤੇ ਜ਼ਿਆਦਾ ਟਾਈਮ ਨਹੀਂ ਲੱਗਦਾ। ਉੱਪਰ ਵਾਲੀ ਫਾਸਟ ਹੈ ਕਿਉਂਕਿ ਇਹ ਜਲਦੀ ਸਪਲਿਟ ਹੋ ਕੇ ਫਰਦਰ ਆਕਸੀਡੇਸ਼ਨ ਹੋ ਕੇ ਰਿਐਕਟੈਂਟ ਤੋਂ ਪ੍ਰੋਡਕਟ ਦੇ ਦਿੰਦੀ ਆ। ਵਾਈਲ ਕਾਰਬਨ ਮੋਨੋਆਕਸਾਈਡ ਦੇ ਕੇਸ ਦੇ ਵਿੱਚ ਥੋੜ੍ਹਾ ਸਲੋ ਹੈ, ਜਸਟ ਡਿਪੈਂਡਿੰਗ ਅਪੋਨ ਦੇਅਰ ਬੌਂਡ ਸਟਰੈਂਥ। ਹਾਂਜੀ, ਤਾਂ ਇਹ ਆਪਣੇ ਮੇਨ ਫੈਕਟਰ ਸੀ ਜਿਨ੍ਹਾਂ ਨੂੰ ਆਪਾਂ ਐਕਸਪਲੇਨ ਕੀਤਾ। ਹੁਣ ਮੈਂ ਨੈਕਸਟ ਕੰਸਨਟ੍ਰੇਸ਼ਨ ਵਾਲੇ ਨੂੰ ਸਟੱਡੀ ਹੋਰ ਥੋੜ੍ਹਾ ਜਿਹਾ ਡੀਪਲੀ ਦੱਸਦਾ। ਕਾਫੀ ਇਹਦੇ 'ਚੋਂ ਕੁਐਸਚਨ ਨਿਕਲਦੇ ਆ। ਦੇਖੋ ਹੁਣ ਕੰਸਨਟ੍ਰੇਸ਼ਨ ਵਾਲੇ ਨੂੰ ਹਾਈਲਾਈਟ ਕਰਕੇ ਇੱਕ ਸਟਾਰ ਪੁਆਇੰਟ ਬਣਾ ਕੇ ਦੁਬਾਰਾ ਲਿਖ ਲਓ, ਲਾਈਨ ਮਾਰ ਕੇ। ਕੰਸਨਟ੍ਰੇਸ਼ਨ 'ਚ ਮੈਂ ਤੁਹਾਨੂੰ ਹੁਣ ਤੱਕ ਕੀ ਲਿਖਾਇਆ ਕਿ ਰੇਟ ਆਫ ਰਿਐਕਸ਼ਨ ਇਜ਼ ਡਾਇਰੈਕਟਲੀ ਪ੍ਰਪੋਰਸ਼ਨਲ ਟੂ ਦਾ ਕੰਸਨਟ੍ਰੇਸ਼ਨ ਆਫ ਰਿਐਕਟਿੰਗ ਸਪੀਸ਼ੀਜ਼। ਹੁਣ ਇਹਦੇ 'ਚ ਇੱਕ ਪੁਆਇੰਟ ਆਉਂਦਾ ਹੈ, ਇਹਦੀ ਜਸਟੀਫਿਕੇਸ਼ਨ ਕਰਨ ਦੇ ਲਈ ਜਿਹੜੇ ਹੈਗੇ ਨੇ ਕਾਫੀ ਸਾਇੰਟਿਸਟ ਆਏ, ਬਟ ਦੋ ਲਾਅ ਜਿਹੜੇ ਹੈਗੇ ਨੇ ਕਾਫੀ ਇਹਦੇ 'ਚ ਕਾਫੀ ਜਿਹੜੇ ਆਪਾਂ ਨੂੰ ਜਸਟੀਫਾਈ ਕਰਦੇ ਨੇ। ਪਹਿਲਾ ਲਾਅ ਹੈ ਲਾਅ ਆਫ ਮਾਸ ਐਕਸ਼ਨ, ਆਪਾਂ +1 'ਚ ਵੀ ਪੜ੍ਹਿਆ ਸੀ, ਲਾਅ ਆਫ ਮਾਸ ਐਕਸ਼ਨ। ਇਹਦੇ ਅਕੋਰਡਿੰਗ ਪਤਾ ਕੀ ਹੈਗਾ, ਲਾਅ ਆਫ ਮਾਸ ਐਕਸ਼ਨ ਦੇ ਅਕੋਰਡਿੰਗ ਮੈਂ ਪਹਿਲਾਂ ਸਿੰਪਲ ਰਿਐਕਸ਼ਨ ਦੀ ਗੱਲ ਕਰਦਾ। ਫॉर ਸਿੰਪਲ ਰਿਐਕਸ਼ਨ ਕੀ ਹੁੰਦਾ ਹੈ, ਲੈਟ A + B ਵਿਲ ਗਿਵ C। ਮੈਂ ਕੋਈ ਪ੍ਰੋਡਕਟ ਦੇ ਦਿੰਦਾ, ਹੈ ਨਾ, ਜਾਂ D, ਦੋ ਪ੍ਰੋਡਕਟ ਲੈ ਲਓ, ਕੋਈ ਫਰਕ ਨਹੀਂ ਪੈਂਦਾ। ਸਿੰਪਲ ਰਿਐਕਸ਼ਨ ਦਾ ਸਿੰਪਲ ਹੀ ਰਹਿਣਾ। ਤਾਂ ਇਹਦੇ ਅਕੋਰਡਿੰਗ ਕੀ ਕਹਿੰਦਾ ਹੈ, ਲਾਅ ਆਫ ਮਾਸ ਐਕਸ਼ਨ ਦੇ ਅਕੋਰਡਿੰਗ ਕਹਿੰਦਾ ਵੀ ਜਿੰਨੇ ਰਿਐਕਟੈਂਟ ਨੇ ਸਾਰਿਆਂ ਦੇ ਉੱਪਰ ਹੀ ਰੇਟ ਡਿਪੈਂਡ ਕਰਦਾ ਹੈ। ਇਹਦਾ ਮਤਲਬ ਇਹ ਹੈ, ਕਹਿੰਦਾ ਰੇਟ ਆਫ ਰਿਐਕਸ਼ਨ ਇਜ਼ ਡਾਇਰੈਕਟਲੀ ਪ੍ਰਪੋਰਸ਼ਨਲ ਟੂ ਦਾ ਪ੍ਰੋਡਕਟ ਆਫ ਮੋਲਰ ਕੰਸਨਟ੍ਰੇਸ਼ਨ ਆਫ ਰਿਐਕਟੈਂਟਸ। ਇਹਦੀ ਡੈਫੀਨੇਸ਼ਨ ਹੈ, ਸਟੇਟਮੈਂਟ ਹੈ, ਅਤੇ ਲਿਖ ਲਈ ਹੋਊਗੀ ਹੋਪ ਸਾਰਿਆਂ ਨੇ। ਹਾਂਜੀ, ਅਤੇ ਫਿਰ ਇਹਨੂੰ ਆਪਾਂ ਜਿਹੜਾ ਹੈਗਾ ਦੁਬਾਰਾ ਬੋਲ ਦਿੰਦਾ, ਰੇਟ ਆਫ ਰਿਐਕਸ਼ਨ ਇਜ਼ ਡਾਇਰੈਕਟਲੀ ਅਕੋਰਡਿੰਗ ਟੂ ਦਿਸ ਲਾਅ, ਰੇਟ ਆਫ ਰਿਐਕਸ਼ਨ ਇਜ਼ ਡਾਇਰੈਕਟਲੀ ਪ੍ਰਪੋਰਸ਼ਨਲ ਟੂ ਦਾ ਪ੍ਰੋਡਕਟ ਆਫ ਮੋਲਰ ਕੰਸਨਟ੍ਰੇਸ਼ਨ ਆਫ ਰਿਐਕਟੈਂਟ ਐਂਡ ਦੇਅਰ ਪਾਵਰ। ਅੱਗੇ ਥੋੜ੍ਹਾ ਜਿਹਾ ਹਾਈਲਾਈਟ ਕਰਕੇ ਕਿਹਦੇ ਲਈ, ਫॉर ਕੰਪਲੈਕਸ ਰਿਐਕਸ਼ਨ ਦੇ ਲਈ, ਇਹ ਨਾਲ ਹੀ ਲਿਖ ਰਿਹਾ ਮੈਂ, ਇੱਕੋ ਹੀ ਸਟੇਟਮੈਂਟ ਬਣਾਉਣੀ ਆ। ਐਂਡ ਦੇਅਰ ਪਾਵਰ ਸਟਾਈਚੋਮੈਟ੍ਰਿਕ ਕਾਂਸਟੈਂਟ ਜਾਂ ਕੋਫੀਸ਼ੀਐਂਟਸ ਇਫ ਦੇ ਆਰ present, and their raised to power stoichiometric coefficients if they are present। ਇਹਦਾ ਮਤਲਬ ਕੀ ਹੈ, ਫॉर ਸਿੰਪਲ ਰਿਐਕਸ਼ਨ ਦੇ ਲਈ ਕਹਿੰਦਾ ਰੇਟ
ਮੈਂ ਫਾਰਵਰਡ ਡਾਇਰੈਕਸ਼ਨ ਦੀ ਗੱਲ ਕਰਦਾ, ਡਾਇਰੈਕਟਲੀ ਪ੍ਰੋਪੋਰਸ਼ਨਲ ਕਹਿੰਦਾ A ਦੀ ਮੋਲਰ ਕਨਸੈਂਟਰੇਸ਼ਨ ਤੇ B ਦੀ, ਇਹ ਦੀ ਇਕੁਏਸ਼ਨ ਬਣ ਗਈ। ਫॉर ਬੈਕਵਰਡ ਡਾਇਰੈਕਸ਼ਨ ਦੇ ਲਈ, ਬੈਕਵਰਡ ਡਾਇਰੈਕਸ਼ਨ ਦੇ ਲਈ ਕੀ ਬਣ ਜਾਊਗਾ ਜੀ, ਡਾਇਰੈਕਟਲੀ ਪ੍ਰੋਪੋਰਸ਼ਨਲ C ਦੀ ਮੋਲਰ ਕਨਸੈਂਟਰੇਸ਼ਨ D ਦੀ। ਡਾਇਰੈਕਟਲੀ ਪ੍ਰੋਪੋਰਸ਼ਨਲ ਇੱਕੋ ਹੀ ਨੂੰ ਲੈ ਕੇ ਚੱਲ ਪੈਣਾ, ਗੱਲ ਇੱਕੋ ਹੀ ਹੈ। ਡਾਇਰੈਕਟਲੀ ਪ੍ਰੋਪੋਰਸ਼ਨਲ ਹਟਾ ਕੇ ਜਿਹੜਾ ਰੇਟ ਇਹ ਫਾਰਵਰਡ ਦੇ ਲਈ ਕੀ ਇਕੁਅਲ ਟੂ ਲਿਖ ਲਿਆ, ਇਕੁਅਲ ਟੂ ਲਿਖ ਕੇ ਕੀ ਲਿਖ ਲਿਆ, K ਲਿਖ ਲਿਆ, K C ਦੀ ਮੋਲਰ ਕਨਸੈਂਟਰੇਸ਼ਨ ਤੇ D ਦੀ ਮੋਲਰ ਕਨਸੈਂਟਰੇਸ਼ਨ। ਯਾਨੀ ਗੱਲ ਸਮਝ ਆ ਗਈ। ਇਹ ਸਿੰਪਲ ਰਿਐਕਸ਼ਨ ਦੇ ਲਈ ਸੀ। ਫॉर ਕੰਪਲੈਕਸ ਰਿਐਕਸ਼ਨ, ਨੈਕਸਟ ਵਨ ਫॉर ਕੰਪਲੈਕਸ ਰਿਐਕਸ਼ਨ ਦੇ ਲਈ ਕੀ ਹੈਗਾ, A ਦਾ A ਲੈ ਲਿਆ, ਲੈਟ B ਦਾ ਮੈਂ B ਮੋਲ ਲੈ ਲਏ, ਵਿਲ ਗਿਵ C ਦੇ C ਮੋਲ ਲੈ ਲਏ, D ਦੇ D ਮੋਲ ਲੈ ਲਏ। ਤਾਂ ਕੰਪਲੈਕਸ ਰਿਐਕਸ਼ਨ ਦੇ ਲਈ ਕਹਿੰਦਾ ਕਿ ਰੇਟ ਹੁਣੇ ਜੋ ਪਿੱਛੇ ਬੋਲਿਆ ਉਹ ਕੀ ਹੈ, ਡਾਇਰੈਕਟਲੀ ਪ੍ਰੋਪੋਰਸ਼ਨਲ ਹੋ ਜਾਊਗਾ ਮੋਲਰ ਕਨਸੈਂਟਰੇਸ਼ਨ ਐਂਡ देयर ਪਾਵਰ ਕੋਫੀਸ਼ੀਐਂਟਸ, ਸਟਾਈਚੋਮੈਟ੍ਰਿਕ ਕੋਫੀਸ਼ੀਐਂਟ ਜਾਂ ਕਾਂਸਟੈਂਟ ਇਫ ਦੇ ਆਰ ਪ੍ਰੈਜ਼ੈਂਟ। ਇੱਥੇ ਪ੍ਰੈਜ਼ੈਂਟ ਨਹੀਂ ਸੀਗੇ, ਇੱਥੇ ਪ੍ਰੈਜ਼ੈਂਟ ਹੈ, ਤਾਂ ਲਾਅ ਦੇ ਅਕੋਰਡਿੰਗ ਇਫ ਦੇ ਆਰ ਪ੍ਰੈਜ਼ੈਂਟ ਦੇ ਰੇਜ਼ ਟੂ ਪਾਵਰ ਗੋਜ਼ ਟੂ ਰੇਜ਼ ਟੂ ਪਾਵਰ ਚਲੇ ਗਏ, ਤਾਂ B ਰੇਜ਼ ਟੂ ਪਾਵਰ ਕੀ ਹੋ ਗਿਆ, V ਹੋ ਗਿਆ। ਫਾਰਵਰਡ ਦੇ ਲਈ ਸਿਮਿਲਰਲੀ ਰੇਟ ਜਿਹੜਾ ਬੈਕਵਰਡ ਦੇ ਲਈ ਮੇਰੇ ਕੋਲ ਕੀ ਆ ਜਾਏਗਾ, ਡਾਇਰੈਕਟਲੀ ਪ੍ਰੋਪੋਰਸ਼ਨ C ਰੇਜ਼ ਟੂ ਪਾਵਰ C ਹੋ ਜਾਊਗਾ, D ਰੇਜ਼ ਟੂ ਪਾਵਰ D ਹੋ ਜਾਊਗਾ। ਕਿਸੇ ਇੱਕ ਨੂੰ ਲੈ ਲਓ, ਲੈਟ ਮੈਂ ਫਾਰਵਰਡ ਨੂੰ ਲੈ ਲੈਣਾ, ਰੇਟ ਫਾਰਵਰਡ ਇਜ਼ ਇਕੁਅਲ ਟੂ K ਆ ਗਿਆ, A ਰੇਜ਼ ਟੂ ਪਾਵਰ A ਹੈ, ਸਮਾਲ K ਹੈ, ਇਹ ਯਾਦ ਰੱਖਿਓ ਹੈ, A ਰੇਜ਼ ਟੂ ਪਾਵਰ A ਹੈ, B ਰੇਜ਼ ਟੂ ਪਾਵਰ B ਚਲਾ ਗਿਆ ਹੈ, ਕਿਹਦੇ ਅਕੋਰਡਿੰਗ, ਲਾਅ ਆਫ ਮਾਸ ਸੈਕਸ਼ਨ ਦੇ ਅਕੋਰਡਿੰਗ। ਕਲੀਅਰ ਹੈ ਜੀ। ਤਾਂ ਇੱਥੇ ਇੱਕ ਆਪਣੇ ਕੋਲੇ ਕੌਨਸਟੈਂਟ ਆਇਆ ਹੈ, ਕੌਨਸਟੈਂਟ ਕੀ ਹੁੰਦਾ, ਰੇਟ ਕੌਨਸਟੈਂਟ ਹੁੰਦਾ ਹੈ। ਇਹਨੂੰ ਤੇ ਨੈਕਸਟ ਜਿਹੜਾ ਲਾਅ ਹੋਊਗਾ ਉਹਨੂੰ ਦੋਨਾਂ ਨੂੰ ਕੰਪੇਅਰ ਕਰਾਂਗੇ। ਉਮੀਦ ਹੈ ਇੱਥੋਂ ਤੱਕ ਜਿਹੜਾ ਹੈਗਾ ਪ੍ਰੋਪਰਲੀ ਸਮਝ ਆ ਗਿਆ ਹੋਊਗਾ। ਪ੍ਰੋਪਰ ਨੋਟਸ ਬਣਾਉਣੇ ਆ। ਆਲ ਦੀ ਬੈਸਟ।